ਨਾਸਾ ਦੇ ਵਿੱਚ ਇੱਕ ਕੂਪਰ ਨਾਂ ਦਾ ਬੰਦਾ ਪਾਇਲਟ ਹੁੰਦਾ। ਉਹਨੂੰ ਇੱਕ ਮਿਸ਼ਨ ਤੇ ਸਪੇਸ ਵਿੱਚ ਭੇਜਿਆ ਜਾਂਦਾ। ਉੱਥੇ ਉਹ ਬਹੁਤ ਸਾਰੇ ਸਾਇੰਸਦਾਨਾਂ ਦੇ ਨਾਲ ਮਿਲ ਕੇ ਨਵੇਂ ਤਜਰਬੇ ਕਰਦੇ ਆ, ਮਗਰ ਸਭ ਤੋਂ ਅਨੋਖਾ, ਡੇਂਜਰਸ ਔਰ ਸਭ ਤੋਂ ਹਟ ਕੇ ਉਹਨਾਂ ਦੇ ਨਾਲ ਇੱਕ ਤਜਰਬਾ ਹੋ ਜਾਂਦਾ। ਉਹ ਇੱਕ ਮਿਲਨ ਨਾਂ ਦੇ ਸਿਆਰੇ ਤੇ ਲੈਂਡ ਕਰਦੇ ਆ। ਉੱਥੇ ਉਹ ਸਿਰਫ 3 ਘੰਟੇ ਗੁਜ਼ਾਰਦੇ ਆ, ਮਗਰ ਜਦੋਂ ਸਟੇਸ਼ਨ ਤੇ ਵਾਪਸ ਆਉਂਦੇ ਆ ਪਿੱਛੇ 23 ਸਾਲ ਗੁਜ਼ਰ ਗਏ ਹੁੰਦੇ ਆ। ਤੁਸੀਂ ਇਹ ਸੁਣ ਕੇ ਹੈਰਾਨ ਹੋ ਗਏ ਹੋ ਕਿ ਇਹ ਕਿਵੇਂ ਹੋ ਸਕਦਾ, ਮਗਰ ਇਹ ਪੋਸੀਬਲ ਆ। ਇਹ ਮੂਵੀ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਫੈਕਟਸ ਨੇ ਜਿਹੜੇ ਸਮਝਣਾ ਬਹੁਤ ਜ਼ਰੂਰੀ ਆ। ਇੰਟਰਸਟੈਲਰ ਮੂਵੀ ਸਾਇੰਸ ਤੇ ਬਣੀ ਇੱਕ ਬਹੁਤ ਹੀ ਕੰਪਲਿਕੇਟਡ ਮੂਵੀ ਆ, ਜਿਹਦੇ ਵਿੱਚ ਥਿਊਰੀ ਆਫ ਰਿਲੇਟਿਵਿਟੀ, એનર્ਜੀ, ਨਿਊਟਨਸ ਗ੍ਰੈਵਿਟੀ, ਬਾਈਨਰੀ ਕੋਡ, ਵਰਮ ਹੋਲ, ਬਲੈਕ ਹੋਲ, ਸਪੀਡ ਆਫ ਟਾਈਮ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਡਿਸਕਸ ਕੀਤਾ ਗਿਆ। ਇੱਕ ਦਫਾ ਮੂਵੀ ਦੇਖਣ ਦੇ ਨਾਲ ਕੁਝ ਲੂਪ ਹੋਲ ਰਹਿ ਜਾਂਦੇ ਆ, ਜਿਸ ਵਜ੍ਹਾ ਤੋਂ ਸਾਨੂੰ ਇਹ ਮੂਵੀ ਦੁਬਾਰਾ ਦੇਖਣੀ ਪੈਂਦੀ ਆ। ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਆ ਕਿ ਇਹਨੂੰ ਸਭ ਤੋਂ ਆਸਾਨ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਜਾਵੇ। ਮੇਰਾ ਨਾਮ ਹੈ ਸ਼ਬਾਨ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਐਕਸਪਲੇਨਰ। ਇਹ ਸਾਰੀ ਮੂਵੀ ਕੂਪਰ ਦੇ ਇਰਦ ਗਿਰਦ ਹੀ ਘੁੰਮਦੀ ਆ। ਕੂਪਰ ਪਹਿਲੇ ਨਾਸਾ ਦੇ ਵਿੱਚ ਪਾਇਲਟ ਸੀ, ਮਗਰ ਹੁਣ ਉਹ ਕਿਸਾਨ ਬਣ ਕੇ ਰਹਿ ਰਿਹਾ ਹੁੰਦਾ। ਹੁਣ ਉਹ ਖੇਤੀਬਾੜੀ ਕਰ ਰਿਹਾ ਹੁੰਦਾ। ਉਹਦੀ ਅਸਲ ਵਜ੍ਹਾ ਇਹ ਵਾ ਕਿ ਹੁਣ ਇਨਸਾਨਾਂ ਨੂੰ ਸਾਇੰਸਦਾਨਾਂ ਦੀ ਜ਼ਰੂਰਤ ਨਹੀਂ ਆ, ਇਸ ਟਾਈਮ ਇਨਸਾਨੀਅਤ ਨੂੰ ਕਿਸਾਨਾਂ ਦੀ ਜ਼ਰੂਰਤ ਆ। ਇਹ ਮੂਵੀ ਬਹੁਤ ਟਾਈਮ ਅੱਗੇ ਦੀ ਆ, ਜਿਹਦੇ ਵਿੱਚ ਆਏ ਦਿਨ ਤੂਫਾਨ ਆਉਂਦੇ ਰਹਿੰਦੇ ਆ। ਇਸ ਵਜ੍ਹਾ ਤੋਂ ਫਸਲਾਂ ਨੂੰ ਬਹੁਤ ਨੁਕਸਾਨ ਹੁੰਦਾ। ਇਸ ਲਈ ਕੂਪਰ ਨੇ ਮਕਈ ਬੀਜੀ ਹੁੰਦੀ ਆ। ਕੂਪਰ ਇੱਥੇ ਆਪਣੀ ਫੈਮਿਲੀ ਦੇ ਨਾਲ ਰਹਿ ਰਿਹਾ ਹੁੰਦਾ। ਉਹਦੇ 2 ਬੱਚੇ ਹੁੰਦੇ, ਇੱਕ ਬੇਟੀ ਹੈ ਮਰਵ ਜਿਹੜੀ ਕਿ ਬਹੁਤ ਜ਼ਹੀਨ ਹੁੰਦੀ ਆ, ਔਰ ਦੂਸਰੇ ਬੇਟੇ ਦਾ ਨਾਮ ਹੈ ਟੌਮ ਜਿਹੜਾ ਕਿ ਇੱਕ ਐਵਰੇਜ ਸਟੂਡੈਂਟ ਆ। ਫਿਰ ਅੱਗੇ ਮਰਵ ਦੇ ਕਮਰੇ ਦਾ ਸੀਨ ਦਿਖਾਇਆ ਜਾਂਦਾ, ਜਿਹਦੇ ਵਿੱਚ ਉਹਦੀ ਅਲਮਾਰੀ ਦੇ ਵਿੱਚੋਂ ਕਿਤਾਬਾਂ ਆਟੋਮੈਟਿਕਲੀ ਥੱਲੇ ਡਿੱਗ ਜਾਂਦੀਆਂ। ਮਰਵ ਕਹਿੰਦੀ ਆ, ਮੈਨੂੰ ਲੱਗਦਾ ਮੇਰੇ ਕਮਰੇ ਦੇ ਵਿੱਚ ਕੋਈ ਨਾ ਕੋਈ ਜਿੰਨ ਰਹਿ ਰਿਹਾ। ਇੱਥੇ ਕੂਪਰ ਕਹਿੰਦਾ ਕਿ ਬੇਟਾ ਇੱਦਾਂ ਦੀ ਕੋਈ ਗੱਲ ਨਹੀਂ ਆ, ਤੈਨੂੰ ਵਹਿਮ ਲੱਗ ਰਿਹਾ। ਫਿਰ ਮਰਵ ਕਹਿੰਦੀ, ਕਦੀ ਮੈਨੂੰ ਇੱਦਾਂ ਲੱਗਦਾ ਕਿ ਉਹ ਜਿੰਨ ਤੁਸੀਂ ਆਪ ਹੀ ਹੋ। ਫਿਰ ਕੂਪਰ ਕਹਿੰਦਾ ਕਿ ਤੂੰ ਊਟ ਪਟਾਂਗ ਨੂੰ ਔਰ ਸਾਇੰਸ ਨੂੰ ਆਪਸ 'ਚ ਕਨੈਕਟ ਕਰ ਰਹੀਆਂ। ਫਿਰ ਮਰਵ ਕਹਿੰਦੀ ਹੈ ਕਿ ਤੁਸੀਂ ਆਪ ਹੀ ਤਾਂ ਕਿਹਾ ਸੀ ਕਿ ਸਾਇੰਸ ਦਾ ਕੰਮ ਇਹਨਾਂ ਚੀਜ਼ਾਂ ਨੂੰ ਐਕਸਪਲੋਰ ਕਰਨਾ ਹੁੰਦਾ, ਜਿਨ੍ਹਾਂ ਚੀਜ਼ਾਂ ਨੂੰ ਆਮ ਇਨਸਾਨ ਇਗਨੋਰ ਕਰ ਦਿੰਦੇ ਆ। ਹੁਣ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਇਹ ਸਭ ਊਟ ਪਟਾਂਗ ਆ। ਫਿਰ ਕੂਪਰ ਕਹਿੰਦਾ ਕਿ ਅਗਰ ਤੂੰ ਇਹਨਾਂ ਚੀਜ਼ਾਂ ਨੂੰ ਸਾਇੰਸ ਦੇ ਨਾਲ ਕਨੈਕਟ ਕਰਨਾ ਹੀ ਆ ਤਾਂ ਮੈਂ ਤੈਨੂੰ ਇੱਕ ਐਡਵਾਈਸ ਕਰਾਂਗਾ। ਅਗਰ ਤੇਰੇ ਰੂਮ ਦੇ ਵਿੱਚ ਦੁਬਾਰਾ ਇਹੋ ਜਿਹੀ ਕੋਈ ਐਕਟੀਵਿਟੀ ਹੋਵੇ ਤਾਂ ਤੂੰ ਉਹਨੂੰ ਓਬਜ਼ਰਵ ਕਰਿਆ ਕਰ, ਉੱਤੇ ਗੌਰ ਕਰਿਆ ਕਰ, ਇਹ ਚੀਜ਼ ਕਿਉਂ ਹੋ ਰਹੀ ਆ। ਇਸ ਤੋਂ ਬਾਅਦ ਸਾਰੀ ਫੈਮਿਲੀ ਬੇਸਬਾਲ ਦਾ ਮੈਚ ਦੇਖਣ ਚਲੀ ਜਾਂਦੀ ਆ। ਉਸ ਮੈਚ ਦੇ ਦੌਰਾਨ ਜ਼ੋਰ ਕੇ ਸਾਇਰਨ ਵੱਜਣ ਲੱਗ ਪੈਂਦਾ। ਥੋੜੀ ਦੇਰ ਬਾਅਦ ਉੱਥੇ ਬਹੁਤ ਜ਼ਿਆਦਾ ਤੂਫਾਨ ਆ ਜਾਂਦਾ। ਇਸ ਤੂਫਾਨ ਦੀ ਵਜ੍ਹਾ ਤੋਂ ਮੈਚ ਕੈਂਸਲ ਹੋ ਜਾਂਦਾ। ਸਾਰੇ ਆਪਣੇ ਘਰਾਂ ਨੂੰ ਚਲੇ ਜਾਂਦੇ। ਜਦੋਂ ਕੂਪਰ ਔਰ ਉਹਦੀ ਫੈਮਿਲੀ ਘਰ ਆਉਂਦੀ ਆ ਔਰ ਉਹ ਆ ਕੇ ਦੇਖਦੇ ਆ, ਰੂਮ ਦੇ ਵਿੱਚ ਕੁਝ ਲਾਈਨਾਂ ਬਣੀਆਂ ਹੁੰਦੀਆਂ ਮਿੱਟੀ ਦੇ ਨਾਲ। ਫਿਰ ਇੱਥੇ ਕੂਪਰ ਔਰ ਮਰਵ ਮਿੱਟੀ ਦੀਆਂ ਬਣੀਆਂ ਹੋਈਆਂ ਲਾਈਨਾਂ ਨੂੰ ਗੌਰ ਨਾਲ ਦੇਖ ਰਹੇ ਹੁੰਦੇ ਆ ਕਿ ਆਖਰ ਇੰਨੀ ਪਰਫੈਕਸ਼ਨ ਦੇ ਨਾਲ ਇਹ ਲਾਈਨਾਂ ਕਿਸ ਤਰ੍ਹਾਂ ਬਣ ਸਕਦੀਆਂ ਵਾ। ਇੱਥੇ ਮਰਵ ਉਹੀ ਫਿਰ ਜਿੰਨਾਂ ਵਾਲੀ ਗੱਲ ਕਰਦੀ ਆ, ਮਗਰ ਕੂਪਰ ਕਹਿੰਦਾ ਕਿ ਤੂੰ ਜਾ ਕੇ ਆਪਣੇ ਭਰਾ ਦੇ ਕਮਰੇ 'ਚ ਸੋ ਜਾ, ਮੈਂ ਅੱਜ ਰਾਤ ਤੇਰੇ ਕਮਰੇ 'ਚ ਹੀ ਰਵਾਂਗਾ। ਫਿਰ ਅਗਲੇ ਦਿਨ ਮਰਵ ਜਦੋਂ ਸਵੇਰ ਆਪਣੇ ਕਮਰੇ 'ਚ ਵਾਪਸ ਆਉਂਦੀ ਆ, ਉਹ ਦੇਖਦੀ ਆ ਕੂਪਰ ਉੱਥੇ ਹੀ ਲਾਈਨਾਂ ਨੂੰ ਅਬਜ਼ਰਵ ਕਰ ਰਿਹਾ ਹੁੰਦਾ। ਇੱਥੇ ਕੂਪਰ ਕਹਿੰਦਾ ਕਿ ਮੈਂ ਇਹਨਾਂ ਲਾਈਨਾਂ ਨੂੰ ਡਿਕੋਡ ਕਰ ਲਿਆ ਵਾ। ਇਹ ਲਾਈਨਾਂ ਗ੍ਰੈਵਿਟੀ ਦੀ ਵਜ੍ਹਾ ਤੋਂ ਬਣਦੀਆਂ ਵਾ। ਇਸ ਗ੍ਰੈਵਿਟੀ ਨੂੰ ਕਨਫਰਮ ਕਰਨ ਵਾਸਤੇ ਕੂਪਰ ਇੱਕ ਸਿੱਕਾ ਉਛਾਲਦਾ। ਜਦੋਂ ਉਹ ਸਿੱਕਾ ਉਛਾਲਦਾ, ਉਹ ਸਿੱਕਾ ਸਿੱਧਾ ਲਾਈਨਾਂ ਦੇ ਉੱਤੇ ਆ ਕੇ ਡਿੱਗਦਾ। ਇਹਦਾ ਮਤਲਬ ਇਸ ਰੂਮ ਦੇ ਵਿੱਚ ਗ੍ਰੈਵਿਟੇਸ਼ਨਲ ਫੋਰਸ ਬਹੁਤ ਜ਼ਿਆਦਾ ਵਾ। ਉਹ ਮਰਵ ਨੂੰ ਕਹਿੰਦਾ ਕਿ ਜ਼ਰੂਰ ਇਹ ਕੋਈ ਮੈਸੇਜ ਆ ਜਿਹੜਾ ਸਾਨੂੰ ਬਾਈਨਰੀ ਕੋਡ ਦੇ ਜ਼ਰੀਏ ਦਿੱਤਾ ਜਾ ਰਿਹਾ। ਬਾਈਨਰੀ ਕੋਡ ਇੱਕ ਐਸੀ ਲੈਂਗੁਏਜ ਆ ਜਿਹਦੇ ਜ਼ਰੀਏ ਕੰਪਿਊਟਰ ਔਰ ਅਦਰ ਇਲੈਕਟ੍ਰੋਨਿਕ ਡਿਵਾਈਸਿਸ ਦੇ ਡਾਟਾ ਨੂੰ ਰੀਡ ਕੀਤਾ ਜਾਂਦਾ। ਅਸੀਂ ਆਮ ਤੌਰ ਤੇ ਆਪਸ ਦੇ ਵਿੱਚ ਕੁਛ ਨਾ ਕੁਛ ਲਿਖ ਕੇ ਜਾਂ ਗੱਲ ਕਰਕੇ ਕਮਿਊਨੀਕੇਟ ਕਰਦੇ ਹਾਂ, ਮਗਰ ਬਾਈਨਰੀ ਕੋਡਸ ਦੇ ਵਿੱਚ 0 ਔਰ 1 ਇਸ ਤਰ੍ਹਾਂ ਲੈਂਗੁਏਜ ਨੂੰ ਐਕਸਪਲੇਨ ਕੀਤਾ ਜਾਂਦਾ। ਔਰ ਇੱਥੇ 1 ਦਾ ਮਤਲਬ ਹੈ ਮੋਟੀ ਲਾਈਨ ਔਰ 0 ਦਾ ਮਤਲਬ ਹੈ ਪਤਲੀ ਲਾਈਨ। ਕੂਪਰ ਇਹਨਾਂ ਲਾਈਨਾਂ ਨੂੰ ਡਿਕੋਡ ਕਰ ਲੈਂਦਾ ਔਰ ਇਸ ਮੈਸੇਜ ਦੇ ਵਿੱਚ ਇੱਕ ਲੋਕੇਸ਼ਨ ਹੁੰਦੀ ਆ। ਫਿਰ ਇਹ ਦੋਵੇਂ ਜਣੇ ਉਸ ਲੋਕੇਸ਼ਨ ਤੇ ਚਲੇ ਜਾਂਦੇ ਆ। ਜਦੋਂ ਉਹ ਉੱਥੇ ਪਹੁੰਚਦੇ ਆ, ਉੱਥੇ ਦੀ ਸਿਕਿਉਰਿਟੀ ਇਹਨਾਂ ਦੋਵਾਂ ਨੂੰ ਪਕੜ ਲੈਂਦੀ ਆ ਔਰ ਅੰਦਰ ਰੂਮ ਦੇ ਵਿੱਚ ਲੈ ਜਾਂਦੀ ਆ ਔਰ ਇਹਨਾਂ ਦੋਵਾਂ ਨੂੰ ਅਲੱਗ-ਅਲੱਗ ਰੂਮ ਦੇ ਵਿੱਚ ਬਿਠਾ ਦਿੱਤਾ ਜਾਂਦਾ। ਫਿਰ ਉੱਥੇ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇੱਕ ਰਿਪੋਰਟ ਹੁੰਦਾ, ਜਿਹੜਾ ਉਹਨਾਂ ਨੂੰ ਪੁੱਛਦਾ ਕਿ ਤੁਹਾਨੂੰ ਇਹ ਲੋਕੇਸ਼ਨ ਕਿਹਨੇ ਦਿੱਤੀ ਆ, ਮਗਰ ਕੂਪਰ ਕੋਈ ਜਵਾਬ ਨਹੀਂ ਦਿੰਦਾ। ਫਿਰ ਉੱਥੇ ਸਾਇੰਟਿਸਟ ਐਮਿਲੀ ਆ ਜਾਂਦੀ ਆ।
ਉਹ ਉਹਨੂੰ ਇੱਕ ਬਹੁਤ ਵੱਡੇ ਹਾਲ ਦੇ ਵਿੱਚ ਲੈ ਜਾਂਦੀ ਆ ਜਿੱਥੇ ਬਹੁਤ ਸਾਰੇ ਸਾਇੰਟਿਸਟ ਬੈਠੇ ਹੁੰਦੇ ਆ। ਫਿਰ ਅਸੀਂ ਅੱਗੇ ਦੇਖਦੇ ਹਾਂ ਕਿ ਇਸ ਐਮਿਲੀ ਦੇ ਫਾਦਰ ਮਿਸਟਰ ਪ੍ਰੋਫੈਸਰ ਬੈਨ ਉਹ ਵੀ ਉੱਥੇ ਬੈਠੇ ਹੁੰਦੇ ਆ ਔਰ ਮਰਫ ਨੂੰ ਵੀ ਕੂਪਰ ਦੇ ਹਵਾਲੇ ਕਰ ਦਿੱਤਾ ਜਾਂਦਾ। ਇਹਨਾਂ ਸਾਰਿਆਂ ਦਾ ਇੱਕ ਹੀ ਕੁਐਸਚਨ ਹੁੰਦਾ ਕਿ ਇਹ ਲੋਕੇਸ਼ਨ ਤੁਹਾਨੂੰ ਕਿੱਥੋਂ ਮਿਲੀ ਆ, ਕਿਉਂਕਿ ਇਹ ਲੋਕੇਸ਼ਨ ਤਾਂ ਬਹੁਤ ਜ਼ਿਆਦਾ ਸੀਕ੍ਰੇਟ ਆ। ਇਸ ਦੁਨੀਆ ਦੇ ਵਿੱਚ ਬਹੁਤ ਕਮ ਲੋਕਾਂ ਨੂੰ ਇਸ ਲੋਕੇਸ਼ਨ ਦਾ ਪਤਾ ਵਾ। ਮਰਫ ਕਹਿੰਦੀ ਮੈਂ ਤੁਹਾਨੂੰ ਸੱਚ ਦੱਸਦੀ ਹਾਂ, ਸਾਨੂੰ ਇਹ ਲੋਕੇਸ਼ਨ ਗ੍ਰੈਵਿਟੀ ਦੇ ਜ਼ਰੀਏ ਪਤਾ ਲੱਗੀ ਆ। ਉਹਦੀ ਇਹ ਗੱਲ ਸੁਣ ਕੇ ਸਾਰੇ ਹੱਸਣ ਲੱਗ ਪੈਂਦੇ ਆ। ਇੱਥੇ ਕਾਫੀ ਦੇਰ ਬਹਿਸ ਤੋਂ ਬਾਅਦ ਪ੍ਰੋਫੈਸਰ ਬੈਨ ਕੂਪਰ ਨੂੰ ਸਾਈਡ ਤੇ ਲੈ ਜਾਂਦੇ ਆ, ਕਿਉਂਕਿ ਪ੍ਰੋਫੈਸਰ ਬੈਨ ਔਰ ਕੂਪਰ ਪਹਿਲੇ ਕਿਸੇ ਦੌਰ ਦੇ ਵਿੱਚ ਨਾਸਾ ਦੇ ਵਿੱਚ ਇਕੱਠੇ ਕੰਮ ਕਰਦੇ ਸੀ। ਕੂਪਰ ਦੇ ਜ਼ਿਹਨ ਦੇ ਵਿੱਚ ਇਹ ਚੱਲ ਰਿਹਾ ਹੁੰਦਾ ਕਿ ਨਾਸਾ ਔਰ ਇਹਦੇ ਵਰਗੀਆਂ ਜਿੰਨੀਆਂ ਵੀ ਸਪੇਸ ਏਜੰਸੀਆਂ ਨੇ ਉਹ ਸਭ ਬੰਦ ਹੋ ਗਈਆਂ ਨੇ। ਲੋਕਾਂ ਦੀ ਰੋਟੀ ਨਹੀਂ ਪੂਰੀ ਹੋ ਰਹੀ, ਮਗਰ ਇਹਨਾਂ ਦੇ ਉੱਤੇ ਇਨਵੈਸਟਮੈਂਟ ਕੌਣ ਕਰੇਗਾ। ਲੇਕਿਨ ਸੀਕ੍ਰੇਟਲੀ ਇਹ ਆਰਗੇਨਾਈਜੇਸ਼ਨ ਕੰਮ ਕਰ ਰਹੀ ਹੁੰਦੀ ਆ। ਇਹ ਕੰਪਨੀ ਨਾਸਾ ਦੀ ਇੱਕ ਛੋਟੀ ਜਿਹੀ ਬ੍ਰਾਂਚ ਹੁੰਦੀ ਆ। ਫਿਰ ਪ੍ਰੋਫੈਸਰ ਬੈਨ ਕੂਪਰ ਨੂੰ ਐਕਸਪਲੇਨ ਕਰਦੀ ਆ ਕਿ ਇਸ ਜ਼ਮੀਨ ਦੇ ਉੱਤੇ ਫਸਲਾਂ ਉਗਣੀਆਂ ਬੰਦ ਹੋ ਗਈਆਂ ਨੇ। ਅਸੀਂ ਕਿੰਨੀ ਦੇਰ ਮਕਈ ਤੇ ਗੁਜ਼ਾਰਾ ਕਰਾਂਗੇ, ਆਖਰਕਾਰ ਆਹਿਸਤਾ ਆਹਿਸਤਾ ਆਕਸੀਜਨ ਵੀ ਖਤਮ ਹੋ ਜਾਏਗੀ। ਇਸ ਲਈ ਸਾਨੂੰ ਇੱਕ ਹੋਰ ਸਿਆਰੇ ਦੀ ਤਲਾਸ਼ ਆ ਜਿੱਥੇ ਅਸੀਂ ਇਨਸਾਨੀਅਤ ਨੂੰ ਅੱਗੇ ਵਧਾ ਸਕੀਏ। ਇੱਥੇ ਪ੍ਰੋਫੈਸਰ ਬੈਨ ਅੱਗੇ ਹੋਰ ਦੱਸਦੇ ਆ ਕਿ ਸਾਡਾ ਸਪੇਸ ਦੇ ਵਿੱਚ ਇੱਕ ਹੋਰ ਐਂਡਿਊਰਸ ਨਾਮ ਦਾ ਸਪੇਸਸ਼ਿਪ ਜਿਹਦੇ ਵਿੱਚ ਇੰਨਾ ਜ਼ਿਆਦਾ ਫਿਊਲ ਮੌਜੂਦ ਆ ਕਿ ਦੂਸਰੀ ਗਲੈਕਸੀਆਂ ਦੇ ਵਿੱਚ ਵੀ ਜਾ ਸਕਦਾ, ਔਰ ਸਾਡੇ ਕੋਲੋਂ ਐਸੇ ਰਾਕਟ ਮੌਜੂਦ ਆ ਜਿਹੜੇ ਸਾਨੂੰ ਉਸ ਸਪੇਸਸ਼ਿਪ ਤੱਕ ਪਹੁੰਚਾ ਸਕਦੇ ਆ। ਇਸੇ ਤਰ੍ਹਾਂ ਗੱਲਾਂ ਦੇ ਦੌਰਾਨ ਕੂਪਰ ਨੂੰ ਇਹ ਵੀ ਦੱਸਿਆ ਜਾਂਦਾ ਕਿ ਅੱਜ ਤੋਂ 46 ਸਾਲ ਪਹਿਲੇ ਸੈਟਰਨ ਸਿਤਾਰੇ ਦੇ ਨਾਲ ਇੱਕ ਵਰਮ ਹੋਲ ਓਪਨ ਹੋ ਗਿਆ ਸੀ। ਇਸ ਵਰਮ ਹੋਲ ਦੇ ਜ਼ਰੀਏ ਅਸੀਂ ਕਿਸੇ ਵੀ ਗਲੈਕਸੀ ਦੇ ਵਿੱਚ ਕਮ ਤੋਂ ਕਮ ਟਾਈਮ ਦੇ ਨਾਲ ਜਾ ਸਕਦੇ ਹਾਂ। ਸਾਡੀ ਇਸ ਗਲੈਕਸੀ ਦਾ ਨਾਮ ਹੈ ਮਿਲਕੀ ਵੇ, ਔਰ ਸਾਡੀ ਇਸ ਮਿਲਕੀ ਵੇ ਦੇ ਵਿੱਚ ਬਹੁਤ ਸਾਰੇ ਅਰਬੋਂ ਖਰਬੋਂ ਸਿਤਾਰੇ ਮੌਜੂਦ ਨੇ। ਇਸ ਤਰ੍ਹਾਂ ਦੀ ਬਹੁਤ ਸਾਰੀ ਗਲੈਕਸੀਜ਼ ਸਪੇਸ ਦੇ ਵਿੱਚ ਮੌਜੂਦ ਆ, ਔਰ ਇਹਨਾਂ ਗਲੈਕਸੀਆਂ ਨੂੰ ਐਕਸਪਲੋਰ ਕਰਦਿਆਂ ਹੋਇਆਂ ਸਾਨੂੰ ਕਰੋੜਾਂ ਸਾਲ ਲੱਗ ਜਾਣੇ ਆ। ਇਸ ਫਾਸਲੇ ਨੂੰ ਕਮ ਕਰਨ ਵਾਸਤੇ ਅਸੀਂ ਵਰਮ ਹੋਲ ਦਾ ਇਸਤੇਮਾਲ ਕਰ ਸਕਦੇ ਹਾਂ। ਇੱਥੇ ਮੇਰੇ ਖਿਆਲ ਦੇ ਨਾਲ ਵਰਮ ਹੋਲ ਨੂੰ ਐਕਸਪਲੇਨ ਕਰਨਾ ਬਹੁਤ ਜ਼ਰੂਰੀ ਆ। ਵਰਮ ਹੋਲ ਬੇਸਿਕਲੀ ਐਲਬਰਟ ਆਇਨਸਟਾਈਨ ਦੀ ਇੱਕ ਥਿਊਰੀ ਸੀ। ਇਹਦੀ ਐਗਜ਼ਾਮਪਲ ਇਸ ਤਰ੍ਹਾਂ ਦਿੱਤੀ ਜਾ ਸਕਦੀ ਆ ਕਿ ਇੱਕ ਪੇਜ ਦੇ ਟੌਪ ਤੇ A ਲਿਖਿਆ ਜਾਵੇ ਔਰ ਬਾਟਮ ਤੇ B ਲਿਖਿਆ ਜਾਵੇ, ਔਰ ਇਹਦੇ ਦਰਮਿਆਨ ਇੱਕ ਲਾਈਨ ਲਗਾ ਦਿੱਤੀ ਜਾਵੇ। ਇਹ ਡਿਸਟੈਂਸ A ਤੋਂ B ਤੱਕ ਬਹੁਤ ਜ਼ਿਆਦਾ ਹੋਏਗਾ। ਅਗਰ ਅਸੀਂ ਇਸ ਡਿਸਟੈਂਸ ਨੂੰ ਕਮ ਕਰਨਾ ਚਾਹੁੰਦੇ ਹਾਂ ਤੇ ਇਸ ਪੇਜ ਨੂੰ ਫੋਲਡ ਕਰ ਦਈਏ ਤਾਂ ਕਿ A ਔਰ B ਆਪਸ ਵਿੱਚ ਮਿਲ ਜਾਣ ਔਰ ਉਹਨਾਂ ਦੇ ਦਰਮਿਆਨ ਬਹੁਤ ਜ਼ਿਆਦਾ ਫਾਸਲਾ ਕਮ ਹੋ ਜਾਏਗਾ। ਇਸ ਥਿਊਰੀ ਦੇ ਮੁਤਾਬਿਕ ਵਰਮ ਹੋਲ ਇੱਕ ਡਾਰਕ ਮੈਟਰ ਨੂੰ ਫੋਲਡ ਕਰ ਦਿੰਦਾ, ਜਿਹਦੇ ਜ਼ਰੀਏ ਇੱਕ ਗਲੈਕਸੀ ਦੂਸਰੀ ਗਲੈਕਸੀ ਦੇ ਨਾਲ ਕਨੈਕਟ ਹੋ ਜਾਂਦੀਆਂ। ਆਈ ਹੋਪ ਸੋ ਤੁਸੀਂ ਇਸ ਪੇਜ ਦੀ ਐਗਜ਼ਾਮਪਲ ਨੂੰ ਸਮਝ ਗਏ ਹੋਵੋਗੇ ਔਰ ਵਰਮ ਹੋਲ ਨੂੰ ਵੀ ਅੱਛੀ ਤਰ੍ਹਾਂ ਅੰਡਰਸਟੈਂਡ ਕਰਦੇ ਹੋਵੋਗੇ। ਫਿਰ ਡਾਕਟਰ ਬੈਨ ਕੂਪਰ ਨੂੰ ਦੱਸਦੇ ਆ ਕਿ ਅਸੀਂ ਹਾਲੇ ਤੱਕ 13 ਡਿਫਰੈਂਟ ਗਲੈਕਸੀਜ਼ ਦੇ ਵਿੱਚ ਇਸ ਵਰਮ ਹੋਲ ਦੇ ਥਰੂ ਡਿਫਰੈਂਟ ਐਸਟਰੋਨੌਟ ਭੇਜ ਚੁੱਕੇ ਹਾਂ। ਅਸੀਂ ਉਹਨਾਂ 13 ਸਾਇੰਟਿਸਟ ਦੇ ਨਾਲ ਰਿਪੋਰਟਸ ਵੀ ਭੇਜੇ ਆ ਜਿਨ੍ਹਾਂ ਦੇ ਥਰੂ ਉਹ ਗਲੈਕਸੀਜ਼ ਦੇ ਵਿੱਚ ਇਸ ਜ਼ਮੀਨ ਵਰਗੀ ਜਗ੍ਹਾ ਤਲਾਸ਼ ਕਰ ਰਹੇ ਆ ਜਿੱਥੇ ਇਨਸਾਨ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਸਕੇ। ਫਿਰ ਅੱਗੇ ਦੱਸਦੇ ਆ ਕਿ ਉਹਨਾਂ 13 ਦੇ ਵਿੱਚੋਂ ਸਾਨੂੰ ਸਿਰਫ 3 ਦੇ ਸਿਗਨਲ ਮੌਸੂਲ ਹੋਏ ਆ ਜਿੱਥੇ ਇਨਸਾਨ ਆਪਣੀ ਜ਼ਿੰਦਗੀ ਗੁਜ਼ਾਰ ਸਕਦੇ ਆ। ਇਸ ਲਈ ਅਸੀਂ ਇੱਕ ਐਸੀ ਟੀਮ ਤਿਆਰ ਕਰ ਰਹੇ ਹਾਂ ਜਿਹੜੀ ਉੱਥੇ ਜਾਏਗੀ ਔਰ ਇਹਨਾਂ 3 ਗਲੈਕਸੀਆਂ ਦੇ ਵਿੱਚ ਜਾ ਕੇ ਇਹਨਾਂ ਰਹਿਣ ਲਾਇਕ ਸਿਤਾਰਿਆਂ ਨੂੰ ਆਬਜ਼ਰਵ ਕਰੇਗੀ। ਇੱਥੇ ਪ੍ਰੋਫੈਸਰ ਬੈਨ ਕੂਪਰ ਨੂੰ ਇਹ ਦੱਸਦੇ ਆ ਕਿ ਮੇਰੇ ਕੋਲੋਂ 2 ਪਲਾਨ ਆ। ਪਲਾਨ A ਦੇ ਵਿੱਚ ਅਸੀਂ ਇੱਕ ਬਹੁਤ ਵੱਡੇ ਰਾਕਟ ਸ਼ਟਲ ਨੂੰ ਤਿਆਰ ਕਰਾਂਗੇ ਜਿਹਦੇ ਵਿੱਚ ਬਹੁਤ ਸਾਰੇ ਇਨਸਾਨਾਂ ਨੂੰ ਅਸੀਂ ਉਸ ਸਿਤਾਰੇ ਦੇ ਉੱਤੇ ਭੇਜ ਦੇਵਾਂਗੇ ਜਿਹੜਾ ਇਨਸਾਨਾਂ 'ਤੇ ਰਹਿਣ ਦੇ ਕਾਬਲ ਹੋਏਗਾ। ਔਰ ਪਲਾਨ B ਇਹ ਆ ਕਿ ਅਸੀਂ ਇੱਕ ਐਸਟਰੋਨੌਟ ਦੇ ਨਾਲ ਬਹੁਤ ਸਾਰੇ ਹਿਊਮਨ ਸਪਰਮ ਅਸੀਂ ਉੱਥੇ ਭੇਜ ਦੇਵਾਂਗੇ ਜਿਹਦੇ ਜ਼ਰੀਏ ਇਨਸਾਨ ਉੱਥੇ ਅੱਗੇ ਆਪਣੀ ਇਨਸਾਨੀਅਤ ਨੂੰ ਵਧਾ ਲੈਣਗੇ। ਇੱਥੇ ਡਾਕਟਰ ਬੈਨ ਕੂਪਰ ਨੂੰ ਕਹਿੰਦੇ ਆ ਕਿ ਸਾਨੂੰ ਇੱਥੇ ਇਸ ਮਿਸ਼ਨ ਵਾਸਤੇ ਪਾਇਲਟ ਦੀ ਜ਼ਰੂਰਤ ਆ ਔਰ ਤੂੰ ਵੀ ਇੱਕ ਪਾਇਲਟ ਸੀ ਨਾਸਾ ਦੇ ਵਿੱਚ। ਅਗਰ ਤੂੰ ਇਸ ਮਿਸ਼ਨ ਨੂੰ ਜੁਆਇਨ ਕਰਨਾ ਚਾਹੁੰਦਾ ਤੇ ਤੇਰੇ ਵਾਸਤੇ ਇੱਕ ਓਪਰਚੁਨਿਟੀ ਆ। ਇੱਥੇ ਡਾਕਟਰ ਬੈਨ ਨੇ ਔਰ ਉਹਦੀ ਟੀਮ ਨੇ ਜਿੰਨੀਆਂ ਵੀ ਗੱਲਾਂ ਕੀਤੀਆਂ ਹੋਣੀਆਂ ਕੂਪਰ ਉਹਨਾਂ ਸਾਰੀਆਂ ਗੱਲਾਂ ਦੇ ਨਾਲ ਅਗਰੀ ਕਰਦਾ ਔਰ ਸੋਚਦਾ ਕਿ ਇਨਸਾਨੀਅਤ ਨੂੰ ਬਚਾਉਣ ਵਾਸਤੇ ਮੈਨੂੰ ਇਸ ਮਿਸ਼ਨ ਨੂੰ ਜੁਆਇਨ ਕਰ ਲੈਣਾ ਚਾਹੀਦਾ। ਜਦੋਂ ਉਹ ਘਰ ਚਲੇ ਜਾਂਦੇ ਆ ਮਰਫ ਇਸ ਗੱਲ ਦੇ ਨਾਲ ਅਗਰੀ ਨਹੀਂ ਕਰਦੀ ਆ। ਉਹ ਕਹਿੰਦੀ ਆ ਕਿ ਮੈਨੂੰ ਇਸ ਚੀਜ਼ ਦਾ ਅੱਛੀ ਤਰ੍ਹਾਂ ਆਈਡੀਆ ਹੈ ਕਿ ਬਲੈਕ ਹੋਲ ਦੇ ਅੰਦਰ ਜਾਣ ਤੋਂ ਬਾਅਦ ਇਨਸਾਨ ਵਾਪਸ ਨਹੀਂ ਜਾ ਸਕਦੇ, ਇਸ ਲਈ ਮੈਂ ਇਸ ਮਿਸ਼ਨ ਤੇ ਤੁਹਾਨੂੰ ਬਿਲਕੁਲ ਵੀ ਨਹੀਂ ਜਾਣ ਦਾਂਗੀ।
ਕੂਪਰ ਇੱਥੇ ਆਪਣੀ ਬੇਟੀ ਨੂੰ ਸਮਝਾਉਂਦਾ ਔਰ ਕਹਿੰਦਾ ਕਿ ਮੈਂ ਤੇਰੇ ਔਰ ਮੇਰੇ ਵਾਸਤੇ ਔਰ ਇਨਸਾਨੀਅਤ ਵਾਸਤੇ ਇਹ ਐਕਸ਼ਨ ਲੈ ਰਿਹਾ ਵਾਂ। ਫਿਰ ਕੂਪਰ ਉੱਠ ਕੇ ਚਲਾ ਜਾਂਦਾ ਔਰ ਮਰਫ ਸਾਰੀ ਰਾਤ ਉਹਨਾਂ ਮਿੱਟੀ ਦੀਆਂ ਬਣੀਆਂ ਹੋਈਆਂ ਲਾਈਨਾਂ ਤੇ ਗੌਰ ਕਰਦੀ ਰਹਿੰਦੀ ਆ। ਫਿਰ ਸਵੇਰ ਜਦੋਂ ਕੂਪਰ ਮਰਫ ਨੂੰ ਬਾਏ ਕਰਨ ਵਾਸਤੇ ਆਉਂਦਾ, ਫਿਰ ਮਰਫ ਕੂਪਰ ਨੂੰ ਕਹਿੰਦੀ ਆ, ਬਾਬਾ ਉਸ ਮੈਸੇਜ ਨੂੰ ਮੈਂ ਡਿਕੋਡ ਕਰ ਲਿਆ ਵਾ। ਉਹਨਾਂ ਲਾਈਨਾਂ ਦਾ ਮਤਲਬ ਆ ਸਟੇ, STAY, ਮਤਲਬ ਕਿ ਨਾ ਜਾਓ। ਮਗਰ ਕੂਪਰ ਮਰਫ ਨੂੰ ਮਨਾਉਂਦਾ ਔਰ ਉਹਨੂੰ ਬਹੁਤ ਸਾਰਾ ਪਿਆਰ ਕਰਦਾ ਔਰ ਆਪਣੀ ਜੇਬ ਦੇ ਵਿੱਚੋਂ 2 ਘੜੀਆਂ ਕੱਢਦਾ, ਜਿਹਦੇ ਵਿੱਚ ਇੱਕ ਘੜੀ ਸਪੇਸ ਦੇ ਮੁਤਾਬਿਕ ਚੱਲਦੀ ਆ ਔਰ ਦੂਸਰੀ ਘੜੀ ਇਸ ਜ਼ਮੀਨ ਦੇ ਮੁਤਾਬਿਕ ਚੱਲਦੀ ਆ। ਔਰ ਕਹਿੰਦਾ ਸਪੇਸ ਦੇ ਵਿੱਚ ਟਾਈਮ ਸਲੋ ਚੱਲਦਾ। ਅਗਰ ਮੈਂ ਇਸ ਮਿਸ਼ਨ ਦੇ ਵਿੱਚੋਂ ਕਾਮਯਾਬ ਹੋ ਕੇ ਵਾਪਸ ਆ ਗਿਆ ਤਾਂ ਹੋ ਸਕਦਾ ਕਿ ਮੇਰੀ ਉਮਰ ਸੇਮ ਹੀ ਹੋਵੇ, ਮਗਰ ਤੂੰ ਉਸ ਟਾਈਮ ਬੁੱਢੀ ਹੋ ਗਈ ਹੋਏਂਗੀ। ਇਹ ਗੱਲ ਸੁਣ ਕੇ ਮਰਫ ਰੋਣ ਲੱਗ ਜਾਂਦੀ ਆ ਔਰ ਕੂਪਰ ਉੱਠ ਕੇ ਆਪਣੇ ਪ੍ਰੋਜੈਕਟ ਯਾਨੀ ਮਿਸ਼ਨ ਦੀ ਤਰਫ ਚਲਾ ਜਾਂਦਾ। ਇਸ ਤੋਂ ਬਾਅਦ ਕੂਪਰ ਰਾਕਟ ਦੇ ਵਿੱਚ ਬੈਠ ਕੇ ਐਂਡਿਊਰੈਂਸ ਜਿਹੜਾ ਸਪੇਸ ਦੇ ਵਿੱਚ ਮੌਜੂਦ ਆ ਉੱਥੇ ਤੱਕ ਪਹੁੰਚ ਜਾਂਦੇ ਆ। ਉੱਥੋਂ ਇੱਕ ਛੋਟਾ ਸਪੇਸ ਸ਼ਟਲ ਲੈ ਕੇ ਉਹ ਉਸ ਵਰਮ ਹੋਲ ਦੇ ਕਰੀਬ ਚਲੇ ਜਾਂਦੇ ਆ। ਉਸ ਵਰਮ ਹੋਲ ਦਾ ਨਾਮ ਹੁੰਦਾ ਗਾਰਗੈਂਟਾ। ਇਹ ਉਹ ਵਰਮ ਹੋਲ ਹੁੰਦਾ ਜਿਹਦੇ ਥਰੂ ਉਹ ਡਿਫਰੈਂਟ ਗੈਲੈਕਸੀਜ਼ ਦੇ ਵਿੱਚ ਜਾ ਸਕਦੇ ਆ ਔਰ ਜਿਹੜੇ ਮਿਸ਼ਨ ਤੇ ਉਹ ਆਏ ਹੁੰਦੇ ਆ ਉਹਨਾਂ 3 ਸਿਆਰਿਆਂ ਦੇ ਉੱਤੇ ਇਸ ਵਰਮ ਹੋਲ ਦੇ ਥਰੂ ਹੀ ਜਾ ਸਕਦੇ ਆ। ਇਹ ਉਹੀ 3 ਸਿਆਰੇ ਹੁੰਦੇ ਆ ਜਿੱਥੇ ਇਨਸਾਨ ਪਹੁੰਚ ਕੇ ਸਿਗਨਲ ਦੇ ਰਹੇ ਹੁੰਦੇ ਆ ਕਿ ਇਹ ਇਨਸਾਨੀਅਤ ਦੇ ਰਹਿਣ ਦੇ ਕਾਬਿਲ ਸਿਆਰੇ ਨੇ। ਜਿੱਥੇ ਉਹ ਸਭ ਤੋਂ ਪਹਿਲੇ ਜਾਣ ਵਾਸਤੇ ਤਿਆਰੀ ਕਰਦੇ ਆ ਉਸ ਪਲੈਨਟ ਦਾ ਨਾਮ ਹੁੰਦਾ ਮਿਲਰਸ ਪਲੈਨਟ। ਇਹ ਪਲੈਨਟ ਬਲੈਕ ਹੋਲ ਦੇ ਬਿਲਕੁਲ ਕਰੀਬ ਹੁੰਦਾ, ਜਿਸ ਵਜ੍ਹਾ ਤੋਂ ਇਸ ਜਗ੍ਹਾ ਤੇ ਗ੍ਰੈਵਿਟੇਸ਼ਨਲ ਫੋਰਸ ਬਹੁਤ ਜ਼ਿਆਦਾ ਹੁੰਦਾ, ਮਤਲਬ ਟਾਈਮ ਬਹੁਤ ਸਲੋ ਚੱਲੇਗਾ। ਉਸ ਮਿਲਰ ਪਲੈਨਟ ਦੇ ਉੱਤੇ ਗੁਜ਼ਾਰਿਆ ਹੋਇਆ 1 ਘੰਟਾ ਸਾਡੀ ਜ਼ਮੀਨ ਦੇ ਉੱਤੇ 7 ਸਾਲਾਂ ਦੇ ਬਰਾਬਰ ਹੋਏਗਾ। ਇਸ ਸਿਆਰੇ ਦਾ ਨਾਮ ਮਿਲਰ ਇਸ ਲਈ ਰੱਖਿਆ ਜਾਂਦਾ ਕਿਉਂਕਿ ਜਿਹੜਾ ਸਭ ਤੋਂ ਪਹਿਲੇ ਸਾਇੰਸਦਾਨ ਇਸ ਸਿਆਰੇ ਤੇ ਗਿਆ ਸੀ ਉਹਦਾ ਨਾਮ ਸੀ ਮਿਲਰਸ। ਉਹਨੂੰ ਬਚਾਉਣ ਵਾਸਤੇ ਔਰ ਸਿਆਰੇ ਨੂੰ ਓਬਜ਼ਰਵ ਕਰਨ ਵਾਸਤੇ ਉਸ ਜਗ੍ਹਾ ਤੇ ਪਹੁੰਚ ਜਾਂਦੇ ਆ। ਉੱਥੇ ਉਹ ਪਹੁੰਚ ਕੇ ਦੇਖਦੇ ਆ ਕਿ ਮਿਲਰ ਦਾ ਸਪੇਸ ਸ਼ਟਲ ਬਿਲਕੁਲ ਤਬਾਹ ਹੋ ਗਿਆ ਔਰ ਉਹਦੇ ਨਾਲ ਜਿਹੜਾ ਰਿਪੋਰਟ ਆਇਆ ਹੁੰਦਾ ਉਹਦੇ ਥਰੂ ਹੀ ਸਿਗਨਲ ਜ਼ਮੀਨ ਤੇ ਬਾਰ-ਬਾਰ ਆ ਰਿਹਾ ਹੁੰਦਾ। ਨਾਲੇ ਉਹ ਇਹ ਵੀ ਦੇਖਦੇ ਆ ਕਿ ਇਸ ਸਿਆਰੇ ਦੇ ਉੱਤੇ ਸਿਰਫ 2-2 ਫੁੱਟ ਪਾਣੀ ਮੌਜੂਦ ਆ। ਇਸ ਸਿਆਰੇ ਦੇ ਉੱਤੇ ਨਾ ਕੋਈ ਸੁੱਕੀ ਜ਼ਮੀਨ ਆ ਔਰ ਨਾ ਹੀ ਕੋਈ ਪਹਾੜ ਆ। ਇੱਥੇ ਐਮਿਲੀ ਕਹਿੰਦੀ ਆ ਕਿ ਮੈਨੂੰ ਦੂਰ ਕੁਛ ਉੱਚਾ ਨਜ਼ਰ ਆ ਰਿਹਾ, ਮੈਂ ਜ਼ਰੂਰ ਕਰੀਬ ਜਾ ਕੇ ਦੇਖਦੀ ਹਾਂ ਔਰ ਉਹਨੂੰ ਓਬਜ਼ਰਵ ਕਰਦੀ ਹਾਂ। ਮਗਰ ਕੂਪਰ ਉਹਨੂੰ ਓਬਜ਼ਰਵ ਕਰ ਲੈਂਦਾ। ਉਹ ਕਹਿੰਦਾ ਕਿ ਇਹ ਪਾਣੀ ਦੀ ਬਹੁਤ ਵੱਡੀ ਵੇਵਜ਼ ਆ। ਉੱਪਰ ਐਮਿਲੀ ਨੂੰ ਕਹਿੰਦਾ ਕਿ ਤੂੰ ਵਾਪਸ ਆ ਜਾ, ਪਾਣੀ ਦੀਆਂ ਲਹਿਰਾਂ ਸਾਡੀ ਤਰਫ ਆ ਰਹੀਆਂ ਨੇ, ਅਗਰ ਅਸੀਂ ਇਹਨਾਂ ਤੋਂ ਪਹਿਲੇ ਟੇਕ ਆਫ ਨਾ ਕੀਤਾ ਸਾਡਾ ਜਹਾਜ਼ ਵੀ ਤਬਾਹ ਹੋ ਜਾਏਗਾ। ਮਗਰ ਐਮਿਲੀ ਉਹਦੀ ਗੱਲ ਨਹੀਂ ਮੰਨਦੀ ਆ ਔਰ ਉਹ ਬਹੁਤ ਦੂਰ ਹੁੰਦੀ ਆ, ਵੇਵਜ਼ ਕਰੀਬ ਆ ਜਾਂਦੀਆਂ। ਫਿਰ ਇਹਨਾਂ ਦਾ ਰਿਪੋਰਟ ਜਾ ਕੇ ਐਮਿਲੀ ਨੂੰ ਜਲਦੀ ਨਾਲ ਚੁੱਕ ਕੇ ਲੈ ਆਂਦਾ ਔਰ ਜਹਾਜ਼ ਦੇ ਵਿੱਚ ਬਿਠਾ ਦਿੰਦਾ। ਮਗਰ ਉਹਨਾਂ ਦਾ ਦੂਸਰਾ ਪਾਇਲਟ ਜਿਹੜਾ ਨਾਲ ਆਇਆ ਹੁੰਦਾ ਉਹ ਉੱਥੇ ਹੀ ਮਾਰਿਆ ਜਾਂਦਾ। ਇਹ ਅੱਗੇ ਇਹਨਾਂ ਵੇਵਜ਼ ਦੀ ਵਜ੍ਹਾ ਤੋਂ ਇਹਦੇ ਜਹਾਜ਼ ਦੇ ਵਿੱਚ ਪਾਣੀ ਭਰ ਗਿਆ ਹੁੰਦਾ। ਇਸ ਪਾਣੀ ਨੂੰ ਕੱਢਣ ਵਾਸਤੇ ਕਮ ਸੇ ਕਮ ਉਹਨਾਂ ਨੂੰ 3 ਘੰਟੇ ਲੱਗ ਜਾਂਦੇ ਆ। ਅਗਲੀ ਵੇਵ ਆਉਣ ਤੋਂ ਪਹਿਲੇ ਇਹ ਆਪਣੇ ਸਪੇਸ ਜੈਟ ਨੂੰ ਤਿਆਰ ਕਰ ਲੈਂਦੇ ਆ ਔਰ ਇਹਨੂੰ ਇਹ ਟੇਕ ਆਫ ਕਰਕੇ ਉੜ ਜਾਂਦੇ ਆ ਔਰ ਐਂਡਿਊਰੈਂਸ ਤੇ ਪਹੁੰਚ ਜਾਂਦੇ ਆ। ਜਦੋਂ ਇਹ ਉੱਥੇ ਪਹੁੰਚਦੇ ਆ ਔਰ ਦੇਖਦੇ ਆ ਉਹਨਾਂ ਦਾ ਦੂਸਰਾ ਸਾਇੰਟਿਸਟ ਉਹ ਬੁੱਢਾ ਹੋ ਗਿਆ ਹੁੰਦਾ ਕਿਉਂਕਿ ਇਹ ਇੱਥੇ ਪੂਰੇ 23 ਸਾਲ ਬਾਅਦ ਵਾਪਸ ਆਏ ਹੁੰਦੇ ਆ। ਉਹ ਬੁੱਢਾ ਸਾਇੰਟਿਸਟ ਇਹਨਾਂ ਨੂੰ ਦੇਖ ਕੇ ਕਹਿੰਦਾ ਕਿ ਮੈਂ ਤਾਂ ਬਿਲਕੁਲ ਆਪਣੀ ਉਮੀਦ ਹੀ ਤੋੜ ਦਿੱਤੀ ਸੀ, ਮੈਨੂੰ ਲੱਗਦਾ ਸੀ ਕਿ ਤੁਸੀਂ ਮਾਰ ਮੁੱਕ ਗਏ ਹੋ। ਉਹ ਕਹਿੰਦਾ ਕਿ ਤੁਹਾਨੂੰ ਇੱਥੋਂ ਗਏ ਹੋਇਆਂ ਪੂਰੇ 23 ਸਾਲ 4 ਮਹੀਨੇ ਤੇ 8 ਦਿਨ ਹੋ ਗਏ ਆ। ਫਿਰ ਉਹ ਕਹਿੰਦਾ ਕਿ ਤੁਸੀਂ ਹੁਣ ਆ ਤੇ ਗਏ ਹੋ, ਇਹਨਾਂ 23 ਸਾਲਾਂ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਜ਼ਮੀਨ ਤੋਂ ਮੈਸੇਜ ਆਏ ਆ, ਤੁਸੀਂ ਜਾ ਕੇ ਪੜ੍ਹ ਸਕਦੇ ਹੋ। ਔਰ ਕੂਪਰ ਚਲਾ ਜਾਂਦਾ ਮੈਸੇਜ ਪੜ੍ਹਨ ਵਾਸਤੇ। ਕੂਪਰ ਆਪਣਾ ਪਹਿਲਾ ਮੈਸੇਜ ਆਪਣੇ ਬੇਟੇ ਟੌਮ ਦਾ ਦੇਖਦਾ ਜਿਹਦਾ ਅੱਗੋਂ ਬੇਟਾ ਹੋ ਗਿਆ ਹੁੰਦਾ। ਉਹ ਇੱਥੇ ਟੌਮ ਤੇ ਕੂਪਰ ਦੀ ਏਜ ਸੇਮ ਹੋ ਗਈ ਹੁੰਦੀ ਆ। ਇਹ ਉਹਦੀਆਂ ਗੱਲਾਂ ਸੁਣ ਕੇ ਹੱਸ ਰਿਹਾ ਹੁੰਦਾ। ਫਿਰ ਉਹ ਦੇਖਦਾ ਕਿ ਉਹਨੂੰ ਮਰਫ ਦਾ ਵੀ ਮੈਸੇਜ ਆਇਆ ਵਾ। ਕੂਪਰ ਨੇ ਵੀ ਇਹ ਮੈਸੇਜ ਉਦੋਂ ਰਿਕਾਰਡ ਕੀਤਾ ਸੀ ਜਦੋਂ ਉਹ ਕੂਪਰ ਦੀ ਏਜ ਦੀ ਹੋ ਜਾਂਦੀ ਆ। ਔਰ ਨਾਲ ਇਹ ਵੀ ਪਤਾ ਲੱਗਦਾ ਕਿ ਮਰਫ ਨੇ ਪ੍ਰੋਫੈਸਰ ਬੈਨ ਨੂੰ ਜੁਆਇਨ ਕਰ ਲਿਆ, ਮਤਲਬ ਕਿ ਹੁਣ ਇਹ ਵੀ ਸਾਇੰਟਿਸਟ ਬਣ ਗਈ ਆ। ਫਿਰ ਅਸੀਂ ਅੱਗੇ ਦੇਖਦੇ ਹਾਂ ਇਹ ਸਾਰੇ ਬੈਠ ਕੇ ਇਹ ਡਿਸਾਈਡ ਕਰ ਰਹੇ ਹੁੰਦੇ ਕਿ ਜਿਹੜੇ ਬਾਕੀ 2 ਬੱਚੇ ਸਿਆਰਿਆਂ ਦੇ ਵਿੱਚੋਂ ਕਿਹਦੇ ਉੱਤੇ ਪਹਿਲੇ ਜਾਣਾ ਚਾਹੀਦਾ। ਇੱਥੇ ਉਹ ਬੁੱਢਾ ਹੋਇਆ ਡਾਕਟਰ ਔਰ ਕੂਪਰ ਇਹ ਕਹਿੰਦੇ ਆ ਕਿ ਸਾਨੂੰ ਮੈਨ ਦੇ ਪਲੈਨਟ ਤੇ ਪਹਿਲੇ ਜਾਣਾ ਚਾਹੀਦਾ। ਮਗਰ ਐਮਿਲੀ ਕਹਿੰਦੀ ਆ ਕਿ ਸਾਨੂੰ ਐਡਮਿਨ ਦੇ ਪਲੈਨਟ ਤੇ ਜਾਣਾ ਚਾਹੀਦਾ ਕਿਉਂਕਿ ਸਾਨੂੰ ਉੱਥੋਂ ਸਟਰੋਂਗ ਸਿਗਨਲ ਔਰ ਸਟਰੋਂਗ ਡਾਟਾ ਮੌਸੂਲ ਹੋ ਰਿਹਾ ਵਾ। ਕਾਫੀ ਦੇਰ ਆਰਗੂਮੈਂਟ ਤੋਂ ਬਾਅਦ ਇਹਨਾਂ ਦਾ ਇਹੀ ਡਿਸਾਈਡ ਹੁੰਦਾ ਕਿ ਇਹ ਮੈਨ ਦੇ ਪਲੈਨਟ ਤੇ ਜਾਣਗੇ।
ਫਿਰ ਇਹ ਤਿਆਰੀ ਕਰਕੇ ਮੈਨ ਦੇ ਪਲੈਨਟ ਤੇ ਚਲੇ ਜਾਂਦੇ ਆ। ਉੱਥੇ ਜਾ ਕੇ ਦੇਖਦੇ ਆ ਕਿ ਮੈਨ ਇੱਕ ਸਲੀਪਿੰਗ ਚੈਂਬਰ ਦੇ ਅੰਦਰ ਆਰਾਮ ਦੇ ਨਾਲ ਸੋ ਰਿਹਾ ਵਾ। ਇਹ ਜਾ ਕੇ ਚੈਂਬਰ ਨੂੰ ਓਪਨ ਕਰਦੇ ਔਰ ਉਹਨੂੰ ਉਠਾ ਦਿੰਦੇ ਆ। ਫਿਰ ਉੱਠਣ ਤੋਂ ਬਾਅਦ ਮੈਨ ਇਹ ਦੱਸਦਾ ਕਿ ਇਸ ਪਲੈਨਟ ਦੇ ਉੱਤੇ ਅਮੋਨੀਆ ਦੀ ਪਰਸੈਂਟੇਜ ਬਹੁਤ ਜ਼ਿਆਦਾ ਵਾ। ਅਗਰ ਅਸੀਂ ਵੱਡੇ ਪਹਾੜਾਂ ਦੇ ਉੱਤੇ ਜਾ ਕੇ ਜ਼ਿੰਦਗੀ ਗੁਜ਼ਾਰਨ ਦੀ ਕੋਸ਼ਿਸ਼ ਕਰੀਏ ਤਾਂ ਉੱਥੇ ਆਕਸੀਜਨ ਹੈ ਵਾ, ਮਤਲਬ ਅਸੀਂ ਸਾਂਸ ਲੈ ਸਕਦੇ ਹਾਂ। ਤੇ ਨਾਲ ਸਾਨੂੰ ਇਹ ਵੀ ਪਤਾ ਲੱਗਦਾ ਵਾ ਕਿ ਉਹਨੇ ਆਪਣੇ ਰਿਬੋਟ ਦੇ ਸਿਗਨਲ ਬੰਦ ਕਰ ਦਿੱਤੇ ਹੁੰਦੇ। ਇਹ ਦੋਵੇਂ ਉਹਨੂੰ ਪੁੱਛਦੇ ਆ ਕਿ ਤੂੰ ਸਿਗਨਲ ਕਿਉਂ ਬੰਦ ਕੀਤੇ ਆ। ਉਹ ਕਹਿੰਦਾ ਕਿ ਕੋਈ ਟੈਕਨੀਕਲ ਐਰਰ ਆਇਆ ਹੋਏਗਾ, ਇਸ ਵਜ੍ਹਾ ਤੋਂ ਮੈਂ ਉਹਨੂੰ ਬੰਦ ਕਰ ਦਿੱਤਾ। ਫਿਰ ਅੱਗੇ ਇਹ ਦਿਖਾਇਆ ਜਾਂਦਾ ਕਿ ਮਰਫ ਦਾ ਕੂਪਰ ਨੂੰ ਮੈਸੇਜ ਆਇਆ ਹੁੰਦਾ, ਜਿਹਦੇ ਵਿੱਚ ਮਰਫ ਦੱਸਦੀ ਆ ਕਿ ਪ੍ਰੋਫੈਸਰ ਬੈਨ ਦੀ ਡੈਥ ਹੋ ਗਈ ਆ। ਔਰ ਇੱਥੇ ਨਾਲ ਸਭ ਤੋਂ ਵੱਡਾ ਟਰੂਥ ਰਿਵੀਲ ਕਰਦੀ ਆ। ਉਹ ਦੱਸਦੀ ਆ ਕਿ ਪ੍ਰੋਫੈਸਰ ਬੈਨ ਦਾ ਪਲਾਨ ਇਹ ਕਾਮਯਾਬ ਨਹੀਂ ਹੋਇਆ ਕਿਉਂਕਿ ਉਹ ਗ੍ਰੈਵਿਟੀ ਦੇ ਉੱਤੇ ਵਰਕਿੰਗ ਕਰ ਰਹੇ ਹੁੰਦੇ ਆ। ਉਹ ਉਹਨਾਂ ਦੀ ਪੂਰੀ ਨਹੀਂ ਹੁੰਦੀ ਕਿਉਂਕਿ ਉਹਨਾਂ ਦੇ ਕੋਲ ਬਲੈਕ ਹੋਲ ਦਾ ਡਾਟਾ ਨਹੀਂ ਹੁੰਦਾ। ਇਸ ਵਜ੍ਹਾ ਤੋਂ ਉਹ ਪਲਾਨ ਇਹ ਖਤਮ ਕਰ ਦਿੱਤਾ ਗਿਆ। ਇਹਦੇ ਵਿੱਚ ਬਹੁਤ ਵੱਡੇ ਸ਼ਟਲ ਨੂੰ ਗ੍ਰੈਵਿਟੀ ਲੈਸ ਕਰਕੇ ਦੂਸਰੇ ਸਿਆਰੇ ਤੇ ਪਹੁੰਚਾਉਣਾ ਸੀ। ਹੁਣ ਪ੍ਰੋਫੈਸਰ ਬੈਨ ਨਹੀਂ ਰਹੇ, ਇਸ ਲਈ ਪਲਾਨ ਏ ਕੈਂਸਲ ਹੋ ਗਿਆ। ਸਿਰਫ ਪਲਾਨ ਬੀ ਹੀ ਸਕਸੈਸਫੁਲ ਹੋ ਸਕਦਾ, ਜਿਹਦੇ ਵਿੱਚ ਇੱਕ ਐਸਟਰੋਨੌਟ ਨੂੰ ਉਸ ਜਗ੍ਹਾ ਤੇ ਭੇਜ ਕੇ ਸਪਰਮ ਦੇ ਜ਼ਰੀਏ ਦੂਸਰੀ ਇਨਸਾਨੀਅਤ ਨੂੰ ਫੈਲਾਇਆ ਜਾ ਸਕਦਾ। ਜਦੋਂ ਇਹ ਗੱਲ ਕੂਪਰ ਨੂੰ ਪਤਾ ਲੱਗਦੀ ਆ, ਕੂਪਰ ਬਹੁਤ ਜ਼ਿਆਦਾ ਡਿਸਹਰਟ ਹੋ ਜਾਂਦਾ। ਇੱਥੇ ਕੂਪਰ ਕਹਿੰਦਾ ਕਿ ਮੈਂ ਇਸ ਮਿਸ਼ਨ ਨੂੰ ਕੰਪਲੀਟ ਨਹੀਂ ਕਰਾਂਗਾ, ਮੈਂ ਬਸ ਵਾਪਸ ਜ਼ਮੀਨ ਤੇ ਚਲਾ ਜਾਵਾਂਗਾ। ਵੀ ਇੱਥੇ ਉਹ ਜਿਹੜਾ ਬੁੱਢਾ ਹੋਇਆ ਡਾਕਟਰ ਉਹ ਕਹਿੰਦਾ, ਕੂਪਰ ਅਗਰ ਤੂੰ ਜ਼ਮੀਨ ਤੇ ਵਾਪਸ ਜਾਣਾ ਚਾਹ ਰਿਹਾ ਤਾਂ ਬਲੈਕ ਹੋਲ ਦਾ ਚੱਕਰ ਲਗਾ ਕਰ ਜਾਈਂ ਔਰ ਉਹਦੇ ਵਿੱਚ ਆਪਣੇ ਰਿਬੋਟ ਨੂੰ ਭੇਜ ਦੇਈਂ ਤਾਂ ਕਿ ਸਾਨੂੰ ਉਹਦੇ ਵਿੱਚੋਂ ਬਹੁਤ ਸਾਰਾ ਡਾਟਾ ਮਿਲ ਸਕੇ, ਅਸੀਂ ਉਹਦੇ ਉੱਤੇ ਆਬਜ਼ਰਵੇਸ਼ਨ ਕਰ ਸਕੀਏ। ਇਹ ਅੱਗੇ ਜਦੋਂ ਕੂਪਰ ਔਰ ਮੈਨ ਬਾਹਰ ਨਿਕਲਦੇ ਆ, ਕੂਪਰ ਨੂੰ ਪਤਾ ਲੱਗਦਾ ਕਿ ਮੈਨ ਨੇ ਸਾਡੇ ਨਾਲ ਝੂਠ ਬੋਲਿਆ। ਇੱਥੇ ਕੋਈ ਅਮੋਨੀਆ ਦੀ ਪਰਸੈਂਟੇਜ ਜ਼ਿਆਦਾ ਨਹੀਂ ਆ। ਇਹਨੇ ਸਿਰਫ ਆਪਣੀ ਜਾਨ ਬਚਾਉਣ ਵਾਸਤੇ ਸਾਨੂੰ ਧੋਖਾ ਦਿੱਤਾ ਹੁੰਦਾ। ਇਹ ਇੱਥੇ ਇਕੱਲਾ ਨਹੀਂ ਸੀ ਮਰਨਾ ਚਾਹ ਰਿਹਾ, ਇਸ ਵਜ੍ਹਾ ਤੋਂ ਇਹਨੇ ਉਸ ਰੋਬੋਟ ਨੂੰ ਵੀ ਬੰਦ ਕਰ ਦਿੱਤਾ ਜਿਹੜਾ ਬਿਲਕੁਲ ਸਹੀ ਸਿਗਨਲ ਦੇ ਰਿਹਾ ਸੀ। ਮੈਂ ਇਹ ਸੋਚ ਰਿਹਾ ਹੁੰਦਾ ਕਿ ਜਿਵੇਂ ਬਾਕੀ 13 ਲੋਕ ਮਾਰੇ ਗਏ ਨੇ ਆਪਣੇ ਆਪਣੇ ਸਿਆਰਿਆਂ ਤੇ, ਮੈਂ ਵੀ ਐਵੇਂ ਮਾਰਿਆ ਜਾਵਾਂਗਾ। ਸੋ ਮੈਂ ਇਹਨਾਂ ਨੂੰ ਗਲਤ ਸਿਗਨਲ ਦੇ ਕੇ ਆਪਣੇ ਕੋਲ ਬੁਲਾ ਲੈਣਾ, ਫਿਰ ਇਹਨਾਂ ਨੂੰ ਇੱਥੇ ਮਰਨ ਵਾਸਤੇ ਛੋੜ ਦਾਂਗਾ ਔਰ ਖੁਦ ਜ਼ਮੀਨ ਤੇ ਪਹੁੰਚ ਕੇ ਆਪਣੇ ਕੋਲੋਂ ਕੋਈ ਵੀ ਝੂਠ ਫੈਲਾ ਦਾਂਗਾ। ਇਸ ਲਈ ਉਹ ਕੂਪਰ ਦੇ ਨਾਲ ਲੜਾਈ ਸ਼ੁਰੂ ਕਰ ਲੈਂਦਾ ਔਰ ਉਹਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕਰਦਾ, ਮਗਰ ਸਹੀ ਟਾਈਮ ਤੇ ਐਮਿਲੀ ਆ ਕੇ ਕੂਪਰ ਨੂੰ ਬਚਾ ਲੈਂਦੀ ਆ। ਇਹ ਇੱਥੇ ਮੈਨ ਨੂੰ ਮੌਕਾ ਮਿਲ ਜਾਂਦਾ, ਸਪੇਸ ਸ਼ਟਲ ਦੇ ਵਿੱਚ ਬੈਠ ਕੇ ਐਂਡਿਊਰਸ ਤੱਕ ਪਹੁੰਚ ਜਾਂਦਾ ਔਰ ਆਪਣੇ ਸਪੇਸ ਸ਼ਟਲ ਨੂੰ ਐਂਡਿਊਰਸ ਦੇ ਨਾਲ ਕਨੈਕਟ ਕਰਨ ਦੀ ਪੂਰੀ ਕੋਸ਼ਿਸ਼ ਕਰਦਾ, ਮਗਰ ਉੱਥੇ ਉਹ ਤਬਾਹ ਹੋ ਜਾਂਦਾ। ਫਿਰ ਅਸੀਂ ਅੱਗੇ ਦੇਖਦੇ ਹਾਂ ਐਮਿਲੀ ਔਰ ਕੂਪਰ ਆਪਣੇ ਸਪੇਸ ਜੈਟ ਤੇ ਬੈਠ ਕੇ ਐਂਡਿਊਰਸ ਦੇ ਕੋਲ ਆ ਜਾਂਦੇ ਆ, ਮਗਰ ਉਹ ਦੇਖਦੇ ਆ ਕਿ ਐਂਡਿਊਰਸ ਦੀ ਇੱਕ ਸਾਈਡ ਤਬਾਹ ਹੋ ਗਈ ਆ ਔਰ ਐਂਡਿਊਰਸ ਬਹੁਤ ਤੇਜ਼ੀ ਦੇ ਨਾਲ ਘੁੰਮ ਰਿਹਾ ਹੁੰਦਾ ਕਿਉਂਕਿ ਉਹ ਆਊਟ ਆਫ ਕੰਟਰੋਲ ਹੋ ਗਿਆ ਹੁੰਦਾ। ਫਿਰ ਕੂਪਰ ਇਹ ਡਿਸਾਈਡ ਕਰਦਾ ਕਿ ਮੈਂ ਆਪਣੇ ਸਪੇਸ ਸ਼ਟਲ ਨੂੰ ਐਂਡਿਊਰਸ ਦੇ ਨਾਲ ਕਨੈਕਟ ਕਰ ਲਾਂਗਾ। ਇਹ ਇੱਕ ਬਹੁਤ ਟਫ ਸਿਚੁਏਸ਼ਨ ਹੁੰਦੀ ਆ ਜਿਹਦੇ ਵਿੱਚ ਕੂਪਰ ਨੇ ਆਪਣੇ ਸਪੇਸ ਸ਼ਟਲ ਨੂੰ ਉਸ ਐਂਡਿਊਰਸ ਦੇ ਨਾਲ ਕਨੈਕਟ ਕਰਨਾ ਹੁੰਦਾ। ਬਹੁਤ ਮਜ਼ੇ ਦਾ ਸੀਨ ਹੁੰਦਾ, ਲੇਕਿਨ ਜੈਸੇ ਕੈਸੇ ਕਰਕੇ ਉਹ ਕਨੈਕਟ ਕਰ ਲੈਂਦਾ। ਫਿਰ ਅਸੀਂ ਅੱਗੇ ਦੇਖਦੇ ਹਾਂ ਕਿ ਉਹਨਾਂ ਕੋਲੋਂ ਤੀਸਰੇ ਸਿਆਰੇ ਤੇ ਜਾਣ ਵਾਸਤੇ ਪੈਟਰੋਲ ਬਹੁਤ ਕਮ ਹੁੰਦਾ। ਫਿਰ ਉਹ ਇੱਥੇ ਇਹ ਡਿਸਾਈਡ ਕਰਦੇ ਆ ਕਿ ਅਸੀਂ ਸਲਿੰਗ ਸ਼ਾਟ ਥਿਊਰੀ ਨੂੰ ਅਪਲਾਈ ਕਰਾਂਗੇ। ਇਸ ਥਿਊਰੀ ਦੇ ਜ਼ਰੀਏ ਉਹ ਬਲੈਕ ਹੋਲ ਦੇ ਕਰੀਬ ਜਾਂਦੇ ਆ ਔਰ ਉਹਦੀ ਫੋਰਸ ਨੂੰ ਯੂਜ਼ ਕਰਦਿਆਂ ਹੋਇਆਂ ਆਪਣੇ ਆਪ ਨੂੰ ਬਹੁਤ ਦੂਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਆ, ਜਿਹਦੇ ਜ਼ਰੀਏ ਉਹ ਬਹੁਤ ਸਾਰਾ ਆਪਣਾ ਪੈਟਰੋਲ ਬਚਾ ਲੈਂਦੇ ਆ। ਮਗਰ ਇਹ ਸਟ੍ਰੈਟਜੀ ਕਾਮਯਾਬ ਨਹੀਂ ਹੁੰਦੀ ਆ। ਉਹ ਐਮਿਲੀ ਨੂੰ ਕਹਿੰਦਾ ਕਿ ਤੂੰ ਆਪਣਾ ਸਪੇਸ ਸ਼ਟਲ ਲੈ ਕੇ ਅਲੱਗ ਹੋ ਜਾ ਔਰ ਥੋੜਾ ਜਿਹਾ ਅੱਗੇ ਜਾ ਕੇ ਆਪਣੇ ਰਿਬੋਟ ਨੂੰ ਉਸ ਬਲੈਕ ਹੋਲ ਦੇ ਅੰਦਰ ਸਿੱਟ ਦਿੰਦਾ ਔਰ ਉਹਦੇ ਨਾਲ ਆਪਣੀ ਕਨੈਕਟੀਵਿਟੀ ਜਾਰੀ ਰੱਖਦਾ। ਮਗਰ ਥੋੜੇ ਟਾਈਮ ਦੇ ਬਾਅਦ ਉਹਦੇ ਨਾਲ ਰਾਬਤਾ ਖਤਮ ਹੋ ਜਾਂਦਾ ਔਰ ਖੁਦ ਇਹ ਵੀ ਬਲੈਕ ਹੋਲ ਦੇ ਅੰਦਰ ਡਿੱਗ ਜਾਂਦਾ। ਮਗਰ ਉਹ ਬਲੈਕ ਹੋਲ ਨਹੀਂ, ਉਹ ਇੱਕ ਟੈਸਰੈਕਟ ਹੁੰਦਾ ਜਿਹਦੇ ਵਿੱਚ 5 ਡਾਇਮੈਂਸ਼ਨ ਹੁੰਦੀ ਆ, ਜਿਹੜੀ ਕਿ ਇਹਨਾਂ ਤੋਂ ਐਡਵਾਂਸ ਲੋਕਾਂ ਨੇ ਬਣਾਈ ਹੁੰਦੀ ਆ। ਇਹ ਐਡਵਾਂਸ ਲੋਕ ਉਹ ਨੇ ਜਿਹੜੇ ਟਾਈਮ ਦੇ ਵਿੱਚ ਥੋੜਾ ਅੱਗੇ ਚੱਲ ਰਹੇ ਹੁੰਦੇ ਨੇ। ਉਹ ਇਹ ਚੀਜ਼ ਡਿਜ਼ਾਈਨ ਕਰਦੇ ਆ ਔਰ ਕੂਪਰ ਨੂੰ ਸਾਰੀ ਇਹ ਡਿਟੇਲ ਦਿੰਦੇ ਆ ਤਾਂ ਕਿ ਟਾਈਮ ਦੇ ਵਿੱਚ ਥੋੜਾ ਅੱਗੇ ਰਹਿ ਕੇ ਪਿੱਛੇ ਟਾਈਮ ਨੂੰ ਕੰਟਰੋਲ ਕੀਤਾ ਜਾ ਸਕੇ ਔਰ ਜ਼ਮੀਨ ਨੂੰ ਮਹਿਫੂਜ਼ ਕੀਤਾ ਜਾ ਸਕੇ। ਇੱਥੇ ਕੂਪਰ ਟਾਈਮ ਨੂੰ ਅੱਗੇ ਔਰ ਪਿੱਛੇ ਕਰਕੇ ਦੇਖ ਸਕਦਾ। ਫਿਰ ਇੱਥੇ ਕੂਪਰ ਮਰਫ ਨੂੰ ਵੀ ਦੇਖਦਾ ਜਿਹੜੀ ਬਚਪਨ ਦੇ ਵਿੱਚ ਆਪਣੇ ਰੂਮ ਦੇ ਵਿੱਚ ਬੈਠੀ ਹੁੰਦੀ ਆ।
ਫਿਰ ਕੂਪਰ ਨੂੰ ਆਈਡੀਆ ਹੋ ਜਾਂਦਾ ਕਿ ਉਹ ਸਿਰਫ ਮਰਫ ਨੂੰ ਦੇਖ ਸਕਦਾ ਮਗਰ ਉਹਦੇ ਨਾਲ ਕਮਿਊਨੀਕੇਟ ਨਹੀਂ ਕਰ ਸਕਦਾ। ਫਿਰ ਉਸ ਟੈਸਰੈਕਟ ਦੇ ਵਿੱਚ ਕੂਪਰ ਗ੍ਰੈਵਿਟੀ ਦਾ ਇਸਤੇਮਾਲ ਕਰਦਾ। ਇਸ ਗ੍ਰੈਵਿਟੀ ਨੂੰ ਇਸਤੇਮਾਲ ਕਰਦਿਆਂ ਹੋਇਆ ਕੂਪਰ ਮਰਫ ਦੀ ਅਲਮਾਰੀ ਦੇ ਵਿੱਚ ਜਿੰਨੀਆਂ ਵੀ ਕਿਤਾਬਾਂ ਹੁੰਦੀਆਂ ਉਹਨਾਂ ਨੂੰ ਥੱਲੇ ਸਿੱਟ ਦਿੰਦਾ। ਫਿਰ ਕੂਪਰ ਮਰਫ ਵਾਸਤੇ ਬਾਈਨਰੀ ਕੋਡ ਦੇ ਜ਼ਰੀਏ ਉਮੱਟੀ ਦੀਆਂ ਲਾਈਨਾਂ ਬਣਾ ਦਿੰਦਾ ਜਿਹਦੇ ਵਿੱਚ ਇੱਕ ਕੋਡ ਹੁੰਦਾ। ਉਸ ਕੋਡ ਨੂੰ ਮਰਫ ਡਿਕੋਡ ਕਰਕੇ ਪਤਾ ਕਰ ਲੈਂਦੀ ਆ ਕਿ ਇਹ ਸਟੇ ਲਿਖਿਆ ਵਾ। ਫਿਰ ਅਸੀਂ ਅੱਗੇ ਦੇਖਦੇ ਹਾਂ ਕਿ ਕੂਪਰ ਦਾ ਰਾਬਤਾ ਉਸ ਰੋਬੋਟ ਦੇ ਨਾਲ ਹੋ ਜਾਂਦਾ ਜਿਹੜਾ ਰੋਬੋਟ ਇਹਨੇ ਬਲੈਕ ਹੋਲ ਦੇ ਵਿੱਚ ਸਿੱਟਿਆ ਸੀ। ਉਹ ਬਲੈਕ ਹੋਲ ਦਾ ਸਾਰਾ ਡਾਟਾ ਕੂਪਰ ਦੇ ਕੋਲ ਆ ਜਾਂਦਾ। ਹੁਣ ਕੂਪਰ ਇਹ ਚਾਹ ਰਿਹਾ ਹੁੰਦਾ ਕਿ ਇਸ ਡਾਟਾ ਨੂੰ ਮੈਂ ਕਿਸੇ ਵੀ ਤਰੀਕੇ ਮਰਫ ਤੱਕ ਪਹੁੰਚਾ ਦੇਵਾਂ ਕਿਉਂਕਿ ਮਰਫ ਵੀ ਡਾਕਟਰ ਬੈਨ ਦੇ ਨਾਲ ਕੰਮ ਕਰਕੇ ਇੱਕ ਬਹੁਤ ਅੱਛੀ ਸਾਇੰਟਿਸਟ ਬਣ ਗਈ ਹੁੰਦੀ ਆ। ਹੁਣ ਕੂਪਰ ਵਾਸਤੇ ਮਸਲਾ ਇਹ ਹੁੰਦਾ ਕਿ ਉਹ ਗ੍ਰੈਵਿਟੀ ਨੂੰ ਇਸਤੇਮਾਲ ਕਰਦਿਆਂ ਹੋਇਆਂ ਇਤਨਾ ਜ਼ਿਆਦਾ ਡਾਟਾ ਬਲੈਕ ਹੋਲ ਦਾ ਮਰਫ ਤੱਕ ਕਿੱਦਾਂ ਪਹੁੰਚਾਇਆ ਜਾਵੇ। ਫਿਰ ਇੱਥੇ ਕੂਪਰ ਨੂੰ ਮੋਰਸ ਕੋਡ ਦੀ ਥਿਊਰੀ ਯਾਦ ਆ ਜਾਂਦੀ ਆ। ਮੋਰਸ ਕੋਡ ਦੀ ਥਿਊਰੀ ਦੇ ਵਿੱਚ ਇਹ ਚੀਜ਼ ਹੁੰਦੀ ਆ ਕਿ ਕਿਸੇ ਵੀ ਹਿੱਲਣ ਵਾਲੀ ਚੀਜ਼ ਜਾਂ ਕੋਈ ਵੀ ਝਪਕਣ ਵਾਲੀ ਚੀਜ਼ ਦੇ ਨਾਲ ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਮੈਸੇਜ ਪਹੁੰਚਾ ਸਕਦੇ ਹੋ। ਇੱਥੇ ਕੂਪਰ ਨੂੰ ਇਹ ਵੀ ਯਾਦ ਹੁੰਦਾ ਕਿ ਬਚਪਨ ਦੇ ਵਿੱਚ ਉਹ ਮਰਫ ਨੂੰ ਇੱਕ ਕੜੀ ਦੇ ਕੇ ਆਇਆ ਸੀ। ਇਹ ਸਾਰਾ ਡਾਟਾ ਉਸ ਕੜੀ ਦੀ ਟਿਕ ਟਿਕ ਦੇ ਵਿੱਚ ਟ੍ਰਾਂਸਫਰ ਕਰ ਦਿੰਦਾ। ਹੁਣ ਬਲੈਕ ਹੋਲ ਦਾ ਜਿੰਨਾ ਵੀ ਡਾਟਾ ਹੈ ਉਹ ਮਰਫ ਤੱਕ ਪਹੁੰਚ ਜਾਂਦਾ। ਮਰਫ ਦਾ ਤੁਹਾਨੂੰ ਪਤਾ ਹੈ ਕਿ ਉਹ ਬਹੁਤ ਜ਼ਹੀਨ ਹੁੰਦੀ ਆ ਔਰ ਸਾਇੰਟਿਸਟ ਵੀ ਹੁੰਦੀ ਆ ਔਰ ਮੋਰਸ ਕੋਡ ਨੂੰ ਉਹਨੇ ਵੀ ਪੜ੍ਹਿਆ ਹੁੰਦਾ। ਮਰਫ ਜਦੋਂ ਆਪਣੇ ਕਮਰੇ ਦੇ ਵਿੱਚ ਪਈ ਹੋਈ ਉਸ ਕੜੀ ਨੂੰ ਚੁੱਕਦੀ ਆ ਤਾਂ ਉਹਦੀ ਸੂਈਆਂ ਇੱਕ ਅਜੀਬ ਤਰ੍ਹਾਂ ਦੀ ਹਰਕਤ ਕਰ ਰਹੀਆਂ ਹੁੰਦੀਆਂ ਤੇ ਮਰਫ ਉਦੋਂ ਗੌਰ ਕਰਦੀ ਆ ਜ਼ਰੂਰ ਇਹ ਕੋਈ ਕੂਪਰ ਨੇ ਮੈਸੇਜ ਭੇਜਿਆ ਵਾ, ਇਹਦੇ ਵਿੱਚ ਜ਼ਰੂਰ ਕੋਈ ਡਿਟੇਲ ਵਾ। ਜਦੋਂ ਉਹ ਕੜੀ ਦੀ ਇਸ ਹਰਕਤ ਨੂੰ ਡਿਕੋਡ ਕਰਦੀ ਆ ਤਾਂ ਉਹਦੇ ਵਿੱਚ ਬਲੈਕ ਹੋਲ ਦੀ ਸਾਰੀ ਡਿਟੇਲ ਹੁੰਦੀ ਆ ਜਿਹਦੇ ਵਿੱਚ ਲਿਖੀ ਹੋਈ ਡਾਕਟਰ ਬੈਨ ਦੀ ਇਨਕੰਪਲੀਟ ਥਿਊਰੀ ਬਿਲਕੁਲ ਠੀਕ ਡਿਟੇਲ ਦੇ ਨਾਲ ਪੂਰੀ ਉਤਰਦੀ ਆ ਔਰ ਮਰਫ ਬਾਕੀ ਡਿਟੇਲ ਨੂੰ ਵੀ ਹਾਸਲ ਕਰਕੇ ਇਸ ਥਿਊਰੀ ਨੂੰ ਪੂਰੀ ਕੰਪਲੀਟ ਕਰ ਲੈਂਦੀ ਆ। ਉਹ ਜਿੰਨੇ ਵੀ ਪਹਿਲੂ ਪ੍ਰੋਫੈਸਰ ਬੈਨ ਐਕਸਪਲੇਨ ਨਹੀਂ ਕਰ ਪਾਏ ਮਰਫ ਉਹ ਕੰਪਲੀਟ ਕਰਕੇ ਐਕਸਪਲੇਨ ਕਰ ਦਿੰਦੀ ਆ। ਇਸ ਤਰ੍ਹਾਂ ਕਰਨ ਦੇ ਨਾਲ ਜਦੋਂ ਉੱਪਰ ਜਿਸ ਟੈਸਰੈਕਟ ਦੇ ਵਿੱਚ ਹੁੰਦਾ ਉਹ ਟੈਸਰੈਕਟ ਗਾਇਬ ਹੋ ਜਾਂਦਾ। ਫਿਰ ਅਸੀਂ ਅੱਗੇ ਦੇਖਦੇ ਹਾਂ ਕਿ ਕੂਪਰ ਦੀ ਅੱਖ ਇੱਕ ਹਸਪੀਟਲ ਦੇ ਵਿੱਚ ਖੁੱਲਦੀ ਆ। ਫਿਰ ਉਹ ਡਾਕਟਰ ਕੋਲ ਪੁੱਛਦਾ ਕਿ ਮੈਂ ਕਿਹੜੀ ਜਗ੍ਹਾ ਤੇ ਵਾਂ। ਡਾਕਟਰ ਉਹਨੂੰ ਕਹਿੰਦਾ ਕਿ ਤੂੰ ਕੂਪਰ ਸਟੇਸ਼ਨ ਦੇ ਉੱਤੇ ਆ। ਕੂਪਰ ਨੂੰ ਇਹ ਲੱਗਦਾ ਕਿ ਮੈਂ ਸ਼ਾਇਦ ਪੂਰੀ ਦੁਨੀਆ ਨੂੰ ਬਚਾ ਲਿਆ ਵਾ। ਫਿਰ ਡਾਕਟਰ ਉਹਨੂੰ ਦੱਸਦਾ ਕਿ ਕੂਪਰ ਸਟੇਸ਼ਨ ਦਾ ਨਾਮ ਤੁਹਾਡੀ ਬੇਟੀ ਮਰਫ ਕੂਪਰ ਦੀ ਵਜ੍ਹਾ ਤੋਂ ਰੱਖਿਆ ਗਿਆ ਵਾ। ਮਰਫ ਕੂਪਰ ਨੇ ਹੀ ਗ੍ਰੈਵਿਟੀ ਦੀ ਥਿਊਰੀ ਤੇ ਕੰਮ ਕਰਕੇ ਪੂਰੀ ਇਨਸਾਨੀਅਤ ਨੂੰ ਬਚਾ ਲਿਆ ਵਾ। ਫਿਰ ਅੱਗੇ ਕੂਪਰ ਆਪਣੀ ਬੇਟੀ ਨੂੰ ਮਿਲਣ ਜਾਂਦਾ। ਜਦੋਂ ਕੂਪਰ ਮਰਫ ਨੂੰ ਦੇਖਦਾ ਕਿ ਮਰਫ ਬਹੁਤ ਜ਼ਿਆਦਾ ਬੁੜੀ ਹੋ ਗਈ ਹੁੰਦੀ ਆ ਕਿਉਂਕਿ ਕੂਪਰ ਦੇ ਉੱਥੇ ਗੁਜ਼ਾਰੇ ਹੋਏ 3 ਘੰਟੇ ਇੱਥੇ ਕਈ ਸਾਲ ਗੁਜ਼ਰ ਚੁੱਕੇ ਹੁੰਦੇ ਆ। ਫਿਰ ਕੂਪਰ ਐਮਿਲੀ ਦੇ ਬਾਰੇ 'ਚ ਵੀ ਪੁੱਛਦਾ ਮਰਫ ਕੋਲੋਂ। ਮਰਫ ਕਹਿੰਦੀ ਆ ਕਿ ਐਮਿਲੀ ਉਸ ਸਿਆਰੇ ਦੇ ਉੱਤੇ ਬਿਲਕੁਲ ਮਹਿਫੂਜ਼ ਆ ਜਿਹੜਾ ਸਿਆਰਾ ਤੁਹਾਡਾ ਇੱਕ ਰਹਿ ਗਿਆ ਸੀ ਜਿਸ ਸਿਆਰੇ ਦਾ ਨਾਮ ਸੀ ਐਡਮਿਨਸ ਪਲੈਨਟ। ਫਿਰ ਅਸੀਂ ਅੱਗੇ ਦੇਖਦੇ ਹਾਂ ਕਿ ਕੂਪਰ ਇੱਕ ਸਪੇਸ ਸ਼ਟਲ ਦੇ ਜ਼ਰੀਏ ਐਡਮਿਨਸ ਪਲੈਨਟ ਤੇ ਚਲਾ ਜਾਂਦਾ ਜਿੱਥੇ ਐਮਿਲੀ ਹੁੰਦੀ ਆ। ਇਹ ਅੱਗੇ ਦਿਖਾਇਆ ਜਾਂਦਾ ਕਿ ਐਮਿਲੀ ਉਸ ਐਡਮਿਨ ਪਲੈਨਟ ਤੇ ਬਿਲਕੁਲ ਠੀਕ ਤਰ੍ਹਾਂ ਰਹਿ ਰਹੀ ਹੁੰਦੀ ਆ। ਫਿਰ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਜਾਂ ਨਹੀਂ ਇਹ ਅੱਗੇ ਨਹੀਂ ਦਿਖਾਇਆ ਜਾਂਦਾ। ਇਸ ਚੀਜ਼ ਤੋਂ ਇਹ ਆਈਡੀਆ ਹੁੰਦਾ ਕਿ ਮੂਵੀ ਦਾ ਦੂਸਰਾ ਪਾਰਟ ਜ਼ਰੂਰ ਆਏਗਾ। ਅਗਰ ਮੂਵੀ ਐਕਸਪਲੇਨੇਸ਼ਨ ਦੇਖ ਕੇ ਮਜ਼ਾ ਆਇਆ ਪੰਜਾਬੀ ਐਕਸਪਲੇਨਰ ਨੂੰ ਸਬਸਕ੍ਰਾइब करो और मेरी स्टोरी टेलिंग कैसी लगी अगर पसंद आई तो लाइक ज़रूर कर देना। इस वीडियो ਨੂੰ ਆਪਣੇ ਬੱਚਿਆਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਜਿਹੜੇ ਸਾਇੰਸ ਪੜ੍ਹ ਰਹੇ ਨੇ ਤਾਂ ਕਿ ਉਹਨਾਂ ਨੂੰ ਸਾਇੰਸ ਦੇ ਨਾਲ ਅਟਰੈਕਸ਼ਨ ਹੋਵੇ। ਹੋਰ ਕਿਹੜੀ ਮੂਵੀ ਪੰਜਾਬੀ ਐਕਸਪਲੇਨੇਸ਼ਨ ਵਿੱਚ ਦੇਖਣਾ ਚਾਹੁੰਦੇ ਹੋ ਕਮੈਂਟ ਵਿੱਚ ਜ਼ਰੂਰ ਦੱਸਣਾ। ਸਾਇੰਸ ਦੇ ਰਿਲੇਟਡ ਹੋਰ ਮੂਵੀ ਦੇਖਣਾ ਚਾਹੁੰਦੇ ਹੋ ਤੇ ਆਪਣੇ ਖੱਬੇ ਹੱਥ ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਆਪਾਂ ਮਿਲਾਂਗੇ ਹੁਣ ਅਗਲੀ ਵੀਡੀਓ 'ਚ। ਟੇਕ ਕੇਅਰ।